ਸਤਨਾਮ ਵਾਹਿਗੁਰੂ ਸਾਹਿਬ ਜੀਓ। ਨਾਨਕ ਕਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਓਏ ਜੀਵੰਦੇ ਵਿਛੁੜੈ, ਓਏ ਮੁਇਆ ਨਾ ਜਾਹੀ ਛੋੜ। ਹਰਖ ਸੋਗ ਜਾ ਕੈ ਨਹੀਂ, ਬੈਰੀ ਮੀਤ ਸਮਾਨ। ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਕਲਯੁਗ ਕੇ ਬੋਹਿਥ, ਸੁੱਖਾਂ ਦੇ ਸਾਗਰ ਦਇਆ ਦੇ ਖਜ਼ਾਨੇ, ਪਰਮ ਕਿਰਪਾਲੂ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰਾਮਤ ਸਦਕਾ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜ ਕੇ ਇਲਾਹੀ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ। ਆਓ ਸਾਧ ਸੰਗਤ, ਜਿੱਥੇ ਬੜੇ ਅਦਬ ਬੜੇ ਪਿਆਰ ਦੇ ਨਾਲ ਕੀਰਤਨ ਦੇ ਵਿੱਚ ਹਾਜ਼ਰੀ ਲਵਾਈ ਹੈ, ਉੱਥੇ ਕੁਝ ਕੁ ਸਮਾਂ ਜੋ ਪਿਛਲੇ ਕੁਝ ਸਮੇਂ ਤੋਂ ਨਾਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਆਰੰਭ ਹੋਈ ਹੈ, ਉਸੇ ਵਿਚਾਰ ਲੜੀ ਨੂੰ ਅਗਾਂਹ ਤੋਰਦਿਆਂ ਹੋਇਆਂ ਜੋ ਅੱਜ ਦਾ 15ਵਾਂ ਸਲੋਕ ਹੈ, 15th ਸਲੋਕ, ਹਰਖ ਸੋਗ ਜਾ ਕੈ ਨਹੀਂ, ਬੈਰੀ ਮੀਤ ਸਮਾਨ। ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਇਸ ਪਾਵਨ ਸਲੋਕ ਦੀ ਵਿਚਾਰ ਆਪ ਸਰਬੱਤ ਸੰਗਤ ਨਾਲ ਸਾਂਝੀ ਕਰਨੀ ਹੈ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਓ ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਹਰਖ ਸੋਗ ਜਾ ਕੈ ਨਹੀਂ। ਹਰਖ ਦਾ ਮਤਲਬ ਹੁੰਦਾ ਹੈ ਖੁਸ਼ੀ, ਸੋਗ ਦਾ ਮਤਲਬ ਹੁੰਦਾ ਹੈ ਗਮੀ, ਚਿੰਤਾ, ਦੁੱਖ। ਬੈਰੀ ਮੀਤ ਸਮਾਨ, ਬੈਰੀ ਦਾ ਮਤਲਬ ਹੁੰਦਾ ਹੈ ਦੁਸ਼ਮਣ ਤੇ ਮੀਤ ਦਾ ਮਤਲਬ ਹੁੰਦਾ ਹੈ ਮਿੱਤਰ। ਸਮਾਨ ਦਾ ਮਤਲਬ ਹੈ ਜੀ ਬਰਾਬਰ, ਇੱਕੋ ਜਿਹਾ। ਗੁਰੂ ਤੇਗ ਬਹਾਦਰ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਿਹੜਾ ਇਨਸਾਨ ਹਰਖ ਸੋਗ ਤੋਂ ਉੱਪਰ ਹੈ, ਖੁਸ਼ੀ ਗਮੀ ਤੋਂ ਉੱਪਰ ਹੈ, ਪ੍ਰਭਾਵ ਹੀ ਕੋਈ ਨਹੀਂ ਹੈ ਜੀਵਨ ਦੇ ਵਿੱਚ। ਚਾਹੇ ਖੁਸ਼ੀ ਆ ਜਾਏ ਚਾਹੇ ਗਮੀ ਆ ਜਾਏ, ਮਨ ਇਤਨਾ ਕੁ ਟਿਕਿਆ ਹੋਇਆ ਹੈ ਕਿ ਇਸ ਖੁਸ਼ੀ ਤੇ ਗਮੀ ਦਾ ਅਸਰ ਹੀ ਉਹਦੇ ਉੱਤੇ ਕੋਈ ਨਹੀਂ ਹੋ ਰਿਹਾ। ਐਸਾ ਇਨਸਾਨ ਜਿਹੜਾ ਬੈਰੀ ਮੀਤ ਸਮਾਨ, ਯਾਦ ਰਹੇ ਰੱਬ ਦੇ ਨਾਲ ਜੁੜੇ ਹੋਏ ਇਨਸਾਨ ਦਾ ਉਹਦੀ ਨਜ਼ਰ ਦੇ ਵਿੱਚ ਕੋਈ ਦੁਸ਼ਮਣ ਨਹੀਂ ਜੇ ਹੁੰਦਾ। ਰੱਬ ਦਾ ਪਿਆਰਾ ਕਿਸੇ ਨੂੰ ਆਪਣਾ ਦੁਸ਼ਮਣ ਨਹੀਂ ਜੇ ਸਮਝਦਾ। ਹੋ ਸਕਦਾ ਕਿ ਦੂਜੇ ਲੋਕ ਉਸ ਨੂੰ ਜ਼ਰੂਰ ਆਪਣਾ ਵੈਰੀ ਸਮਝਣ, ਆਪਣਾ ਦੁਸ਼ਮਣ ਸਮਝਣ, ਪਰ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਹੋਇਆ ਇਨਸਾਨ
ਸਾਰੇ ਸੰਸਾਰ ਦੇ ਲੋਕਾਂ ਨੂੰ ਇੱਕ ਬਰਾਬਰ ਸਮਝਦਾ ਹੈ, ਉਹਨਾਂ ਨੂੰ ਆਪਣਾ ਭਰਾ ਕਹਿ ਲਈਏ ਜਾਂ ਆਪਣਾ ਮਿੱਤਰ ਦੇ ਤਰ੍ਹਾਂ ਸਮਝਦਾ ਹੈ। ਸਤਿਗੁਰਾਂ ਦਾ ਬਚਨ ਵੀ ਬੜਾ ਪਿਆਰਾ ਬਾਣੀ 'ਚ ਪਾਤਸ਼ਾਹ ਜੀ ਕਹਿੰਦੇ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਐਸੀ ਅਵਸਥਾ ਅੰਦਰ ਦੀ ਬਣ ਚੁੱਕੀ ਹੈ। ਸਤਿਗੁਰੂ ਜੀ ਕਹਿੰਦੇ ਹੁਣ ਨਜ਼ਰ ਦੇ ਵਿੱਚ ਦੁਸ਼ਮਣ ਰਿਹਾ ਹੀ ਕੋਈ ਨਹੀਂ, ਸਾਰੇ ਹੀ ਸੱਜਣ ਬਣ ਗਏ ਨੇ, ਸਾਰੇ ਹੀ ਆਪਣੇ ਹੋ ਗਏ ਨੇ। ਇਹ ਗੱਲ ਮਨ ਦੇ ਵਿੱਚ ਵਸ ਚੁੱਕੀ ਹੈ ਕਿ ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਸਤਿਗੁਰੂ ਜੀ ਕਹਿੰਦੇ ਜਦੋਂ ਇੱਕ ਪਿਤਾ ਦੇ ਪੁੱਤਰ ਹੋਈਏ ਤੇ ਫਿਰ ਭਰਾ ਦੇ ਵਿੱਚ ਦੁਸ਼ਮਣੀ ਚੰਗੀ ਨਹੀਂ ਲੱਗਦੀ। ਨਾ ਭਰਾ ਦੁਸ਼ਮਣ ਹੋਣੇ ਚਾਹੀਦੇ ਨੇ ਤੇ ਨਾ ਹੀ ਹੁੰਦੇ ਨੇ। ਪਰ ਸਤਿਗੁਰੂ ਜੀ ਕਹਿੰਦੇ ਜਿਹੜਾ ਰੱਬ ਦੇ ਨਾਲ ਜੁੜ ਚੁੱਕਾ ਹੈ, ਉਹਦੀ ਨਜ਼ਰ ਦੇ ਵਿੱਚ ਸਾਰੇ ਹੀ ਆਪਣੇ ਨੇ, ਬੈਰੀ ਮੀਤ ਸਮਾਨ। ਤੇ ਜਿਸ ਦੀ ਅਵਸਥਾ ਐਸੀ ਹੋ ਗਈ, ਸਤਿਗੁਰੂ ਜੀ ਕਹਿੰਦੇ ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੀਂ ਤੈ ਜਾਣ। ਉਹ ਅਸਲ ਦੇ ਵਿੱਚ ਸੰਸਾਰਿਕ ਬੰਧਨਾਂ ਤੋਂ ਆਜ਼ਾਦ ਹੋ ਚੁੱਕਾ ਹੈ, ਉਹ ਮਾਇਆ ਦੀ ਪਕੜ ਤੋਂ ਆਜ਼ਾਦ ਹੋ ਚੁੱਕਾ ਹੈ। ਜਾਂ ਇੱਦਾਂ ਕਹਿ ਲਈਏ ਕਿ ਉਸ ਇਨਸਾਨ ਨੇ ਆਪਣੇ ਜੀਵਨ ਨੂੰ ਸਫਲ ਬਣਾ ਲਿਆ। ਸਾਧ ਸੰਗਤ ਖਿਆਲ ਕਰੋ, ਇਸ ਸੰਸਾਰ ਦੇ ਵਿੱਚ ਜੋ ਪ੍ਰਮਾਤਮਾ ਨੇ ਕ੍ਰੀਏਸ਼ਨ ਕੀਤੀ ਹੈ ਨਾ, ਐਸੀ ਸਿਸਟੇਮੈਟਿਕਲੀ ਕੀਤੀ ਹੋਈ ਹੈ ਕਿ ਪ੍ਰਮਾਤਮਾ ਨੇ ਹਰ ਇੱਕ ਵਸਤੂ ਜਿਹੜੀ ਪੈਦਾ ਕੀਤੀ ਉਹਦਾ ਕੁਝ ਆਪੋਜ਼ਿਟ ਵੀ ਬਣਾਇਆ ਹੈ। ਜਿਵੇਂ ਦਿਨ ਹੈ ਤੇ ਐਸਾ ਨਹੀਂ ਕਿ ਸਦਾ ਦਿਨ ਹੀ ਰਹੇਗਾ, ਪ੍ਰਮਾਤਮਾ ਨੇ ਰਾਤ ਵੀ ਬਣਾਈ ਹੈ। ਜੇ ਹਨੇਰਾ ਹੈ ਤੇ ਐਸਾ ਨਹੀਂ ਕਿ ਸਦਾ ਹਨੇਰਾ ਹੀ ਰਹੇਗਾ, ਡਾਰਕਨੈਸ ਹੀ ਰਹੇਗੀ। ਅਗਲੇ ਪਲ ਚਾਨਣ ਵੀ ਜ਼ਰੂਰ ਆਏਗਾ, ਰੌਸ਼ਨੀ ਵੀ ਪ੍ਰਮਾਤਮਾ ਨੇ ਬਣਾਈ ਹੋਈ ਹੈ। ਜੇਕਰ ਜੀਵਨ ਹੈ ਤਾਂ ਮੌਤ ਵੀ ਆਏਗੀ। ਜੇ ਕਿਸੇ ਦਾ ਜਨਮ ਹੋ ਰਿਹਾ ਏ ਤੇ ਐਸਾ ਨਹੀਂ ਕਿ ਜਿਹੜਾ ਅੱਜ ਪੈਦਾ ਹੋਇਆ ਹੈ ਉਹ ਕਦੇ ਮਰੇਗਾ ਨਹੀਂ। ਸਮੇਂ ਦੇ ਨਾਲ ਪੈਦਾ ਹੋਏ ਦੀ ਮੌਤ ਵੀ ਜ਼ਰੂਰ ਹੋਏਗੀ। ਇੱਕ ਦਿਨ ਐਸਾ ਆਏਗਾ ਜਿਹੜਾ ਇਨਸਾਨ ਇਸ ਦੁਨੀਆ ਦੇ ਵਿੱਚ ਜਨਮ ਲੈ ਚੁੱਕਾ ਏ, ਉਹ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਵੀ ਜ਼ਰੂਰ ਜਾਏਗਾ। ਇਹ ਪ੍ਰਮਾਤਮਾ ਨੇ ਦੋ ਚੀਜ਼ਾਂ ਜ਼ਰੂਰ ਬਣਾਈਆਂ ਹੋਈਆਂ ਨੇ। ਇਸੇ ਤਰ੍ਹਾਂ ਜੇਕਰ ਜੀਵਨ ਦੇ ਵਿੱਚ ਸੁੱਖ ਹੈ ਤੇ ਮਤਾਂ ਸੋਚਿਓ ਕਿ ਇਨਸਾਨ ਦੇ ਜੀਵਨ ਦੇ ਵਿੱਚ ਸਦਾ ਸੁੱਖ ਹੀ ਰਹੇਗਾ। ਸਤਿਗੁਰੂ ਜੀ ਕਹਿੰਦੇ ਨਹੀਂ, ਜੇ ਅੱਜ ਸੁੱਖ ਹੈ ਤੇ ਕੱਲ ਨੂੰ ਦੁੱਖ ਵੀ ਜੀਵਨ ਦੇ ਵਿੱਚ ਜ਼ਰੂਰ ਆਏਗਾ। ਜੇ ਅੱਜ ਜੀਵਨ 'ਚ ਦੁੱਖ ਹੈ ਤੇ ਸਦਾ ਦੁਖੀ ਕੋਈ ਨਹੀਂ ਰਹੇਗਾ, ਕੱਲ ਨੂੰ ਸੁੱਖ ਜ਼ਰੂਰ ਆ ਜਾਏਗਾ। ਤੇ ਬਾਣੀ ਨੂੰ ਪੜ੍ਹੋ। ਜਦੋਂ ਬਾਣੀ ਨੂੰ ਪੜ੍ਹਾਂਗੇ ਨਾ ਤੇ ਸਤਿਗੁਰਾਂ ਨੇ ਦੋ ਤਰ੍ਹਾਂ ਦੇ ਸੁੱਖਾਂ ਦੀ ਗੱਲ ਕੀਤੀ ਹੈ। ਮੇਨ ਤੌਰ ਤੇ ਦੋ ਤਰ੍ਹਾਂ ਦੇ ਸੁੱਖ। ਇੱਕ ਸੁੱਖ ਨੂੰ ਸਤਿਗੁਰੂ ਜੀ ਕਹਿੰਦੇ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਵਚਨ ਹੈ, ਪਾਤਸ਼ਾਹ ਜੀ ਉਹਦੇ ਬਾਰੇ ਕਹਿੰਦੇ ਬਿਨਸ ਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਭਣੀਐ। ਇੱਕ ਹੈ ਜੀ ਅਲਪ ਸੁੱਖ। ਅਲਪ ਸੁੱਖ ਦਾ ਮਤਲਬ ਹੈ ਉਹ ਸੁੱਖ ਜਾਂ ਉਹ ਖੁਸ਼ੀ ਜਿਹੜੀ ਕੁਝ ਸਮੇਂ ਦੀ ਹੈ। ਐਗਜ਼ਾਮਪਲ ਦੇ ਤੌਰ ਤੇ ਕਿਸੇ ਬੱਚੇ ਦੇ ਮਨ ਦੇ ਵਿੱਚ ਇਹ ਇੱਛਾ ਸੀ ਕਿ ਮੈਨੂੰ ਨਵਾਂ ਫੋਨ ਮਿਲੇ, ਮੈਂ ਨਵਾਂ ਫੋਨ ਖਰੀਦਣਾ ਚਾਹੁੰਦਾ, ਜਾਂ ਮੇਰੇ ਪਿਤਾ ਜੀ ਮੈਨੂੰ ਨਵਾਂ ਫੋਨ ਲੈ ਕੇ ਦੇਣ। ਪਿਤਾ ਨੇ ਆਪਣੇ ਬੱਚੇ ਦੀ ਉਸ ਇੱਛਾ ਨੂੰ ਪੂਰਾ ਕਰਦਿਆਂ ਹੋਇਆਂ ਇੱਕ ਨਵਾਂ ਫੋਨ ਲੈ ਕੇ ਦਿੱਤਾ ਹੈ। ਜਦੋਂ ਉਹ ਫੋਨ ਮਿਲਿਆ, ਫੋਨ ਮਿਲਣ ਤੋਂ ਬਾਅਦ ਉਹਦੇ ਮਨ ਦੇ ਵਿੱਚ ਬੜੀ ਖੁਸ਼ੀ ਪੈਦਾ ਹੋਈ, ਬੱਚੇ ਦੇ ਮਨ ਦੇ ਵਿੱਚ। ਤੇ ਮਤਾ ਸੋਚਿਓ ਕਿ ਉਹ ਖੁਸ਼ੀ ਸਦਾ ਹੀ ਬਣੀ ਰਹੇਗੀ। ਹੋ ਸਕਦਾ ਹੈ ਕਿ ਅੱਜ ਪੂਰਾ ਦਿਨ ਉਹ ਬੜਾ ਖੁਸ਼ ਰਹੇ, ਕੱਲ ਦਾ ਦਿਨ ਵੀ ਖੁਸ਼ ਰਹਿ ਸਕਦਾ ਹੈ, 2-4 ਦਿਨ ਹੋਰ ਖੁਸ਼ ਰਹੇਗਾ, ਪਰ ਉਹ ਖੁਸ਼ੀ ਕੁਝ ਦਿਨਾਂ ਬਾਅਦ ਖਤਮ ਹੋ ਜਾਏਗੀ, ਕਿਉਂਕਿ ਉਹ ਯੂਜ਼ ਟੂ ਹੋ ਜਾਏਗਾ। ਉਹ ਖੁਸ਼ੀ ਖਤਮ ਹੋ ਜਾਏਗੀ, ਸਦਾ ਰਹਿਣ ਵਾਲੀ ਨਹੀਂ ਹੈ। ਸੋ ਸਤਿਗੁਰੂ ਜੀ ਕਹਿੰਦੇ ਇੱਕ ਇਸ ਸੰਸਾਰ ਦੇ ਵਿੱਚ ਸੁੱਖ ਐਸਾ ਹੈ ਜਿਸ ਨੂੰ ਅਲਪ ਸੁੱਖ ਕਿਹਾ ਗਿਆ। ਉਹ ਸੁੱਖ ਜਿਹੜਾ ਸਦਾ ਨਹੀਂ ਰਹਿੰਦਾ, ਅੱਜ ਹੈ ਕੱਲ ਨੂੰ ਨਹੀਂ ਹੋਏਗਾ। ਅੱਜ ਕੁਝ ਪਲ ਦੀ ਖੁਸ਼ੀ ਮਿਲੀ ਹੈ, ਕਿਸੇ ਨੇ ਕੋਈ ਗੱਲ ਐਸੀ ਕਹਿ ਦਿੱਤੀ ਜਿਸ ਨੂੰ ਸੁਣ ਕੇ ਮਨ ਦੇ ਵਿੱਚ ਬੜਾ ਚਾਅ ਪੈਦਾ ਹੋਇਆ, ਮਨ ਦੇ ਵਿੱਚ ਬੜੀ ਖੁਸ਼ੀ ਪੈਦਾ ਹੋਈ, ਪਰ ਦੂਜੇ ਹੀ ਪਲ ਉਸੇ ਹੀ ਜ਼ੁਬਾਨ ਤੋਂ, ਉਸੇ ਹੀ ਰਸਨਾ ਤੋਂ ਕੁਝ ਐਸੇ ਲਫ਼ਜ਼ ਨਿਕਲੇ ਜਿਨ੍ਹਾਂ ਲਫ਼ਜ਼ਾਂ ਨੇ ਉਸ ਪਹਿਲਾਂ ਪੈਦਾ ਹੋਈ ਖੁਸ਼ੀ ਨੂੰ ਇੱਕ ਪਲ ਦੇ ਵਿੱਚ ਖਤਮ ਕਰਕੇ ਰੱਖ ਦਿੱਤਾ। ਖਤਮ ਹੀ ਨਹੀਂ ਕੀਤਾ, ਉਸ ਖੁਸ਼ੀ ਨੂੰ ਗਮੀ ਦੇ ਵਿੱਚ ਤਬਦੀਲ ਕਰ ਦਿੱਤਾ।
ਉਸ ਸੁੱਖ ਨੂੰ, ਉਸ ਖੁਸ਼ੀ ਨੂੰ ਦੁੱਖ ਦੇ ਵਿੱਚ ਤਬਦੀਲ ਕਰ ਦਿੱਤਾ। ਸੋ ਸਤਿਗੁਰੂ ਜੀ ਕਹਿੰਦੇ ਨੇ ਇੱਕ ਸੁੱਖ ਜੀਵਨ ਦੇ ਵਿੱਚ ਐਸਾ ਹੈ ਜਿਸ ਨੂੰ ਅਲਪ ਸੁੱਖ ਕਹਿੰਦੇ ਨੇ। ਉਹ ਸੁੱਖ ਹਰ ਇੱਕ ਇਨਸਾਨ ਦੇ ਜੀਵਨ ਦੇ ਵਿੱਚ ਆਉਂਦਾ ਹੀ ਰਹਿੰਦਾ ਹੈ। ਕੋਈ ਦੁਨੀਆ ਦਾ ਐਸਾ ਇਨਸਾਨ ਨਹੀਂ ਜਿਹਦੀ ਜ਼ਿੰਦਗੀ ਦੇ ਵਿੱਚ ਐਸਾ ਸੁੱਖ ਨਾ ਆਇਆ ਹੋਵੇ। ਦਿਨ ਦੇ ਵਿੱਚ ਕਈ ਵਾਰ ਵੀ ਆਉਂਦਾ ਹੈ, ਕਈ ਵਾਰ ਇਨਸਾਨ ਖੁਸ਼ ਵੀ ਹੁੰਦਾ ਹੈ, ਕਈ ਵਾਰ ਇਨਸਾਨ ਚਿੰਤਾ ਦੇ ਵਿੱਚ ਵੀ ਚਲਾ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਇੱਕ ਸੁੱਖ ਇਹ ਹੈ। ਤੇ ਦੂਜੇ ਸੁੱਖ ਬਾਰੇ ਗੁਰੂ ਅਰਜਨ ਸਾਹਿਬ ਮਹਾਰਾਜ ਹੀ ਸੁਖਮਨੀ ਸਾਹਿਬ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਉਸ ਸੁੱਖ ਬਾਰੇ ਜ਼ਿਕਰ ਕਰਦਿਆਂ ਹੋਇਆਂ ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਜੇਕਰ ਤੂੰ ਚਾਹੁੰਦਾ ਏ ਕਿ ਮੇਰੇ ਜੀਵਨ ਦੇ ਵਿੱਚ ਇੱਕ ਐਸਾ ਸੁੱਖ ਵੀ ਆਏ ਜਿਹੜਾ ਸੁੱਖ ਕਦੇ ਆਉਣ ਤੋਂ ਬਾਅਦ ਵਾਪਸ ਜਾਵੇ ਹੀ ਨਾ, ਤੇ ਸਤਿਗੁਰੂ ਜੀ ਕਹਿੰਦੇ ਉਸ ਸੁੱਖ ਦਾ ਨਾਮ ਹੈ ਅਬਿਨਾਸੀ ਸੁੱਖ ਆਪਨ ਆਸਣ। ਇੱਕ ਹੈ ਜੀ ਅਲਪ ਸੁੱਖ, ਦੂਜਾ ਹੈ ਅਬਿਨਾਸੀ ਸੁੱਖ। ਅਲਪ ਸੁੱਖ ਦਾ ਭਾਵ ਜਿਹੜਾ ਕੁਝ ਹੀ ਪਲਾਂ ਦੇ ਵਿੱਚ ਖਤਮ ਹੋ ਜਾਏਗਾ, ਪਰ ਦੂਜੇ ਪਾਸੇ ਅਬਿਨਾਸੀ ਸੁੱਖ ਹੈ ਉਹ ਸੁੱਖ ਜਿਹੜਾ ਇੱਕ ਵਾਰ ਜੀਵਨ ਦੇ ਵਿੱਚ ਆ ਗਿਆ ਦੁਬਾਰਾ ਜਾਂਦਾ ਹੀ ਨਹੀਂ ਹੈ। ਉਸ ਸੁੱਖ ਨੂੰ ਕਦੇ ਚੇਂਜ ਕੀਤਾ ਹੀ ਨਹੀਂ ਜਾ ਸਕਦਾ। ਉਹ ਸੁੱਖ ਕਦੇ ਵੀ ਤੁਹਾਡੇ ਜੀਵਨ ਦੇ ਵਿੱਚ ਪਰਤ ਕੇ ਦੁੱਖ ਨੂੰ ਨਹੀਂ ਆਉਣ ਦੇਗਾ, ਐਸਾ ਉਹ ਸੁੱਖ ਹੈ। ਤੇ ਜਿਹਦੇ ਜੀਵਨ ਦੇ ਵਿੱਚ ਉਹ ਸੁੱਖ ਆ ਗਿਆ ਉਹ ਸਦਾ ਹੀ ਸੁਖੀ ਹੈ। ਇਹਦੇ ਬਾਰੇ ਹੀ ਸਤਿਗੁਰੂ ਜੀ ਵਾਰ-ਵਾਰ ਬਾਣੀ ਦੇ ਵਿੱਚ ਐਕਸਪਲੇਨ ਕਰਦੇ ਨੇ ਕਿ ਭਲਿਆ ਜੇਕਰ ਤੂੰ ਅਬਿਨਾਸੀ ਸੁੱਖ ਤੱਕ ਪਹੁੰਚਣਾ ਚਾਹੁੰਦਾ ਤੈਨੂੰ ਕਰਨਾ ਕੀ ਪਏਗਾ। ਪਰ ਪ੍ਰੋਬਲਮ ਪਤਾ ਕੀ ਹੈ ਸਾਧ ਸੰਗਤ, ਅਸੀਂ ਸਿਰਫ ਅਲਪ ਸੁੱਖ ਨੂੰ ਹੀ ਸਦੀਵੀ ਸੁੱਖ ਸਮਝ ਕੇ ਬੈਠ ਗਏ। ਇਹ ਜੋ ਕੁਝ ਸਮੇਂ ਦਾ ਸੁੱਖ, ਕੁਝ ਸਮੇਂ ਦੀ ਖੁਸ਼ੀ ਹੈ, ਉਸ ਖੁਸ਼ੀ ਨੂੰ ਹੀ ਆਪਣਾ ਜੀਵਨ ਸਮਝ ਕੇ ਅਸੀਂ ਬੈਠ ਗਏ। ਤਾਂ ਹੀ ਤਾਂ ਅਬਿਨਾਸੀ ਸੁੱਖ ਤੱਕ ਪਹੁੰਚ ਨਹੀਂ ਪਾਉਂਦੇ, ਤਾਂ ਹੀ ਤਾਂ ਉਹ ਅਵਸਥਾ ਸਾਡੇ ਜੀਵਨ ਦੇ ਵਿੱਚ ਨਹੀਂ ਆ ਰਹੀ ਜਾਂ ਨਹੀਂ ਆਉਂਦੀ ਕਿ ਜਿੱਥੇ ਪਹੁੰਚ ਕੇ ਸਾਨੂੰ ਦੁੱਖ ਮਹਿਸੂਸ ਹੀ ਨਾ ਹੋਵੇ, ਕਿਉਂਕਿ ਸਾਡਾ ਮਨ ਜਿਹੜਾ ਹੈ ਇਸ ਅਲਪ ਸੁੱਖ ਦੇ ਵਿੱਚ ਫਸ ਚੁੱਕਾ ਹੈ। ਤੇ ਸਤਿਗੁਰੂ ਜੀ ਸਮਝਾ ਰਹੇ ਨੇ ਇਸ ਪਾਵਨ ਸ਼ਲੋਕ ਦੇ ਥਰੂ, ਕਹਿੰਦੇ ਹਰਖ ਸੋਗ ਜਾ ਕੇ ਨਹੀਂ। ਹੁਣ ਧਿਆਨ ਦਿਓ, ਜਿਹਦੇ ਜੀਵਨ ਦੇ ਵਿੱਚ ਅਬਿਨਾਸੀ ਸੁੱਖ ਆਏਗਾ, ਜਿਹਦੇ ਜੀਵਨ ਦੇ ਵਿੱਚ ਉਹ ਸੁੱਖ ਆ ਗਿਆ ਜਿਹੜਾ ਸੁੱਖ ਕਦੇ ਖਤਮ ਨਹੀਂ ਹੁੰਦਾ, ਉਸ ਇਨਸਾਨ ਦੀ ਇਹ ਨਿਸ਼ਾਨੀ ਹੈ ਕਿ ਦੁੱਖ ਉਹਨੂੰ ਕਦੇ ਵੀ ਪ੍ਰਭਾਵਿਤ ਨਹੀਂ ਕਰ ਪਾਏਗਾ। ਉਹ ਸੁੱਖ ਤੇ ਦੁੱਖ ਤੋਂ ਉੱਪਰ ਹੋ ਗਿਆ। ਜਿਸ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਅਬਿਨਾਸੀ ਸੁੱਖ ਕਹਿੰਦੇ ਪਏ ਨੇ ਨਾ, ਉਸੇ ਸੁੱਖ ਨੂੰ ਬਾਣੀ ਦੇ ਵਿੱਚ ਸਤਿਗੁਰਾਂ ਨੇ ਆਨੰਦ ਦੇ ਨਾਲ ਵੀ ਡਿਫਾਈਨ ਕੀਤਾ ਹੈ। ਇਸ ਅਬਿਨਾਸੀ ਸੁੱਖ ਨੂੰ ਸਤਿਗੁਰਾਂ ਨੇ ਬਾਣੀ ਦੇ ਵਿੱਚ ਆਨੰਦ ਦੇ ਨਾਲ ਵੀ ਡਿਫਾਈਨ ਕੀਤਾ ਹੈ ਕਿ ਜਿਹੜਾ ਰੱਬ ਦੇ ਨਾਲ ਜੁੜਿਆ ਉਹਦੇ ਜੀਵਨ ਦੇ ਵਿੱਚ ਆਨੰਦ ਆ ਗਿਆ। ਤੇ ਜਿਹਦੇ ਜੀਵਨ 'ਚ ਆਨੰਦ ਆਇਆ ਉਹ ਹਰਖ ਤੇ ਸੋਗ ਤੋਂ, ਖੁਸ਼ੀ ਤੇ ਗਮੀ ਤੋਂ ਉੱਪਰ ਉੱਠ ਗਿਆ। ਉਹਦੇ ਮਨ ਦੇ ਉੱਤੇ ਨਾ ਤਾਂ ਸੁੱਖ ਦਾ ਕੋਈ ਅਸਰ ਹੈ, ਨਾ ਹੀ ਦੁੱਖ ਦਾ ਕੋਈ ਅਸਰ ਹੈ। ਕਿਤੇ ਸਤਿਗੁਰਾਂ ਦਾ ਪਾਵਨ ਬਚਨ ਪੜ੍ਹਿਓ ਸੂਹੀ ਰਾਗ ਦੇ ਵਿੱਚੋਂ, ਹੋ ਸਕਦਾ ਹੈ ਆਪ ਸੰਗਤ ਦੇ ਵਿੱਚੋਂ ਕਿਸੇ ਨੂੰ ਇਹ ਪਾਵਨ ਬਚਨ ਯਾਦ ਵੀ ਹੋਣ। ਸਤਿਗੁਰੂ ਜੀ ਪਤਾ ਕੀ ਕਹਿੰਦੇ, ਕਹਿੰਦੇ ਜੇ ਸੁਖ ਦੇਹੇ ਤਾਂ ਤੁਝੈ ਅਰਾਧੀ, ਦੁੱਖ ਭੀ ਤੁਝੈ ਤੇ ਆਈ। ਹੁਣ ਯਾਦ ਰੱਖਿਓ ਇਨਸਾਨ ਦੀ ਮਾਨਸਿਕਤਾ ਕੀ ਹੈ ਕਿ ਜਦੋਂ ਤਾਂ ਖੁਸ਼ੀ ਆਈ ਜੀਵਨ ਦੇ ਵਿੱਚ, ਜਦੋਂ ਤਾਂ ਸੁੱਖ ਆਇਆ ਜੀਵਨ ਦੇ ਵਿੱਚ, ਉਦੋਂ ਰੱਬ ਭੁੱਲਦਾ ਹੈ। ਪਰ ਜਦੋਂ ਦੁੱਖ ਆਉਂਦਾ ਹੈ, ਉਸ ਦੁੱਖ ਤੋਂ ਛੁਟਕਾਰਾ ਪਾਉਣ ਦੇ ਲਈ, ਦੁੱਖ ਤੋਂ ਬਚਣ ਵਾਸਤੇ ਇਨਸਾਨ ਰੱਬ ਨੂੰ ਯਾਦ ਕਰਦਾ ਹੈ। ਪਰ ਰੱਬ ਨਾਲ ਜੁੜਿਆ ਹੋਇਆ ਇਨਸਾਨ, ਸਤਿਗੁਰੂ ਜੀ ਕਹਿੰਦੇ ਜੇ ਸੁਖ ਦੇ ਤਾਂ ਤੁਝੈ ਅਰਾਧੀ। ਜੇ ਜੀਵਨ ਦੇ ਵਿੱਚ ਸੁੱਖ ਆਇਆ, ਜੀਵਨ ਦੇ ਵਿੱਚ ਕੋਈ ਖੁਸ਼ੀ ਆਈ, ਤੇ ਉਸ ਗੁਰਮੁਖ ਪਿਆਰੇ ਨੇ ਆਪਣੇ ਦੋਨੋਂ ਹੱਥ ਜੋੜ ਕੇ ਉਸ ਰੱਬ ਦੇ ਸਾਹਮਣੇ ਸੀਸ ਝੁਕਾਉਂਦਿਆਂ ਹੋਇਆਂ ਉਹਦਾ ਸ਼ੁਕਰਾਨਾ ਕੀਤਾ। ਐਸਾ ਨਹੀਂ ਕਿ ਸੁੱਖ ਆਉਣ ਦੇ ਕਰਕੇ ਉਹ ਪ੍ਰਮਾਤਮਾ ਨੂੰ ਭੁੱਲ ਗਿਆ, ਨਹੀਂ, ਉਹ ਸ਼ੁਕਰਾਨੇ ਦੇ ਵਿੱਚ ਜੁੜ ਗਿਆ। ਤੇ ਜਦੋਂ ਦੁੱਖ ਆਇਆ ਤੇ ਦੁੱਖ ਦੇ ਵਿੱਚ ਐਸਾ ਨਹੀਂ ਕਿ ਉਹ ਪ੍ਰਮਾਤਮਾ ਦੇ ਅੱਗੇ ਕੁਰਲਾਉਣ ਲੱਗ ਪਿਆ, ਰੋਣਾ ਸ਼ੁਰੂ ਕਰ ਦਿੱਤਾ, ਪ੍ਰਮਾਤਮਾ ਨੂੰ ਉਹਨੇ ਕੰਪਲੇਨ ਕਰਨੀ ਸਟਾਰਟ ਕਰ ਦਿੱਤੀ। ਨਹੀਂ, ਉਹ ਦੁੱਖ ਦੇ ਵਿੱਚ ਵੀ ਉਸ ਪ੍ਰਮਾਤਮਾ ਦੇ ਸਾਹਮਣੇ ਉਸੇ ਤਰ੍ਹਾਂ ਹੀ ਖੜਾ ਹੈ ਜਿਸ ਤਰ੍ਹਾਂ ਉਹ ਸੁੱਖ ਦੀ ਘੜੀ ਦੇ ਵਿੱਚ ਖੜਾ ਸੀ। ਤੇ ਸਤਿਗੁਰੂ ਜੀ ਕਹਿੰਦੇ ਜਿਹੜਾ ਐਸਾ ਇਨਸਾਨ ਹੈ ਨਾ, ਜਿਹੜਾ ਹਰਖ ਤੇ ਸੋਗ ਤੋਂ ਉੱਪਰ ਉੱਠ ਚੁੱਕਾ ਹੈ, ਜਿਸ ਦੇ ਜੀਵਨ ਦੇ ਵਿੱਚ ਅਬਿਨਾਸੀ ਸੁੱਖ ਆ ਗਿਆ, ਜਿਸ ਦਾ ਮੋਹ, ਜਿਸ ਦੀ ਅਟੈਚਮੈਂਟ ਅਲਪ ਸੁੱਖ ਦੇ ਨਾਲੋਂ ਟੁੱਟ ਕੇ ਅਬਿਨਾਸੀ ਸੁੱਖ ਦੇ ਨਾਲ ਜੁੜ ਚੁੱਕੀ ਹੈ,
ਉਹ ਇਨਸਾਨ ਫਿਰ ਇਹਨਾਂ ਸੁੱਖ ਤੇ ਦੁੱਖ ਤੋਂ ਉੱਪਰ ਉੱਠ ਜਾਂਦਾ ਹੈ। ਤੇ ਇੱਕ ਹੋਰ ਉਹਦੇ ਜੀਵਨ ਦੇ ਵਿੱਚ ਬੜਾ ਵੱਡਾ ਗੁਣ ਆਉਂਦਾ ਹੈ। ਧਿਆਨ ਦਿਓ, ਜਿਹੜੇ ਅਗਲੇ ਬਚਨ ਨੇ, ਸਤਿਗੁਰੂ ਜੀ ਕਹਿੰਦੇ ਬੈਰੀ ਮੀਤ ਸਮਾਨ। ਜਿੱਥੇ ਖੁਸ਼ੀ ਤੇ ਗਮੀ ਦਾ ਉਹਦੇ ਜੀਵਨ ਦੇ ਵਿੱਚ ਅਸਰ ਕੋਈ ਨਹੀਂ, ਉੱਥੇ ਉਹ ਸਾਰੇ ਸੰਸਾਰ ਦੇ ਲੋਕਾਂ ਨੂੰ ਆਪਣਾ ਮਿੱਤਰ ਸਮਝਦਾ ਹੈ। ਉਹਦੀ ਨਜ਼ਰ ਦੇ ਵਿੱਚ ਦੁਸ਼ਮਣ ਹੈ ਹੀ ਕੋਈ ਨਹੀਂ। ਉਹਦੀ ਨਜ਼ਰ ਦੇ ਵਿੱਚ ਐਸਾ ਇਨਸਾਨ ਕੋਈ ਨਹੀਂ ਜਿਹੜਾ ਉਹਦਾ ਬੁਰਾ ਸੋਚਦਾ ਹੋਵੇ। ਉਹ ਤਾਂ ਇਹ ਕਹੇਗਾ ਕਿ ਇਹ ਮੇਰੇ ਮਾਲਕ, ਮੈਂ ਹੀ ਇਸ ਸੰਸਾਰ ਦੇ ਵਿੱਚ ਬੁਰਾ, ਬਾਕੀ ਸਾਰੇ ਹੀ ਚੰਗੇ। ਮੈਂ ਹੀ ਇਸ ਸੰਸਾਰ ਦੇ ਵਿੱਚ ਮਾੜਾ, ਬਾਕੀ ਸਾਰੇ ਹੀ ਚੰਗੇ ਨੇ। ਉਹਦੀ ਨਜ਼ਰ ਦੇ ਵਿੱਚ ਦੁਸ਼ਮਣ ਕੋਈ ਨਹੀਂ, ਸਾਰੇ ਮਿੱਤਰ ਨੇ। ਤੇ ਜਿਸ ਦੀ ਐਸੀ ਅਵਸਥਾ ਬਣ ਚੁੱਕੀ ਹੈ ਨਾ, ਸਾਧ ਸੰਗਤ ਯਾਦ ਰਹੇ, ਉਸੇ ਇਨਸਾਨ ਨੂੰ ਸਤਿਗੁਰੂ ਜੀ ਵਾਰ-ਵਾਰ ਬਾਣੀ ਦੇ ਵਿੱਚ ਕਹਿੰਦੇ ਨੇ ਕਿ ਉਹ ਮੁਕਤ ਹੈ। ਜੇ ਤੁਹਾਨੂੰ ਯਾਦ ਹੋਏ, ਪਿਛਲੇ 2-3 ਸ਼ਲੋਕ ਪੜ੍ਹ ਕੇ ਦੇਖਿਓ। ਇਹਨਾਂ ਦੋਨਾਂ-ਤਿੰਨਾਂ ਸ਼ਲੋਕਾਂ ਦੇ ਵਿੱਚ ਹੀ ਸਤਿਗੁਰੂ ਜੀ ਇਹੀ ਗੱਲ ਵਾਰ-ਵਾਰ ਸਮਝਾਉਂਦੇ ਪਏ ਨੇ। ਪਹਿਲਾਂ ਪਾਤਸ਼ਾਹ ਜੀ ਨੇ ਕਿਹਾ, ਕਹਿੰਦੇ ਸੁਖ ਦੁੱਖ ਜਿਹ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਕਹਿੰਦੇ ਜਿਹੜਾ ਸੁੱਖ ਦੁੱਖ ਤੋਂ ਉੱਪਰ ਉੱਠ ਗਿਆ, ਜਿਹਦੇ ਜੀਵਨ 'ਚ ਲਾਲਚ ਕੋਈ ਨਹੀਂ, ਉਹ ਪ੍ਰਮਾਤਮਾ ਦਾ ਰੂਪ ਹੋ ਗਿਆ। ਫਿਰ ਕਹਿ ਦਿੱਤਾ, ਕਹਿੰਦੇ ਉਸਤਤ ਨਿੰਦਿਆ ਨਾਹੇ ਜਿਹ, ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਣ। ਜਿਹੜਾ ਉਸਤਤ ਨਿੰਦਿਆ ਤੋਂ ਉੱਪਰ ਉੱਠ ਚੁੱਕਾ ਹੈ, ਜਿਹੜਾ ਸੋਨੇ ਨੂੰ ਮਿੱਟੀ ਦੇ ਬਰਾਬਰ ਸਮਝਦਾ ਹੈ, ਜਿਹਦੇ ਅੰਦਰ ਲਾਲਚ ਕੋਈ ਨਹੀਂ, ਜਿਹਦੇ ਨਜ਼ਰ ਦੇ ਵਿੱਚ ਅਮੀਰ ਤੇ ਗਰੀਬ ਦੇ ਵਿੱਚ ਫਰਕ ਕੋਈ ਨਹੀਂ, ਸਤਿਗੁਰੂ ਜੀ ਕਹਿੰਦੇ ਉਹ ਮੁਕਤ ਹੈ। ਤੇ ਅੱਜ ਕੀ ਕਹਿ ਰਹੇ ਨੇ? ਕਹਿੰਦੇ ਜਿਹੜਾ ਇਨਸਾਨ ਖੁਸ਼ੀ ਗਮੀ ਤੋਂ ਉੱਪਰ ਉੱਠ ਗਿਆ, ਜਿਹੜਾ ਹਰ ਇੱਕ ਨੂੰ ਆਪਣਾ ਮਿੱਤਰ ਸਮਝਦਾ ਹੈ, ਸਤਿਗੁਰੂ ਜੀ ਕਹਿੰਦੇ ਇਹ ਨਿਸ਼ਾਨੀ ਹੈ ਕੀ ਜੀ? ਕਿ ਸੋ ਉਹ ਜਿਹੜਾ ਇਨਸਾਨ ਹੈ ਨਾ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਣ। ਉਹ ਮੁਕਤ ਹੋ ਚੁੱਕਾ ਹੈ, ਉਹ ਸੰਸਾਰਿਕ ਬੰਧਨਾਂ ਤੋਂ ਉੱਪਰ ਉੱਠ ਚੁੱਕਾ ਹੈ। ਖਿਆਲ ਕਰਿਓ, ਗੁਰੂ ਗੋਬਿੰਦ ਸਿੰਘ ਮਹਾਰਾਜ, ਸਤਿਗੁਰਾਂ ਦੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕਰਵਾਉਣ ਵਾਲਾ ਔਰੰਗਜ਼ੇਬ, ਜਦੋਂ ਔਰੰਗਜ਼ੇਬ ਦੀ ਮੌਤ ਹੋਈ, ਉਹਦੀ ਮੌਤ ਤੋਂ ਬਾਅਦ ਉਹਦੇ ਜਿਹੜੇ ਪੁੱਤਰ ਨੇ, ਉਹਨਾਂ ਪੁੱਤਰਾਂ ਦੇ ਵਿੱਚ, ਉਹਦੇ ਬੇਟਿਆਂ ਦੇ ਵਿੱਚ ਬਾਦਸ਼ਾਹ ਬਣਨ ਵਾਸਤੇ ਲੜਾਈ ਸ਼ੁਰੂ ਹੁੰਦੀ ਹੈ। ਉਹਨਾਂ ਨੇ ਆਪਸ ਵਿੱਚ ਲੜਨਾ ਸਟਾਰਟ ਕਰ ਦਿੱਤਾ। ਤੇ ਇਸ ਲੜਾਈ ਦਾ ਨਤੀਜਾ ਕੀ ਨਿਕਲਿਆ? ਬਾਦਸ਼ਾਹ ਔਰੰਗਜ਼ੇਬ ਦਾ ਪੁੱਤਰ ਹੈ ਬਹਾਦਰ ਸ਼ਾਹ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਉਂਦਾ ਹੈ। ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਮਦਦ ਮੰਗਦਾ ਹੈ ਕਿ ਮੇਰੇ ਮਾਲਕ ਕਿਰਪਾ ਕਰੋ, ਮੇਰੀ ਹੈਲਪ ਕਰੋ, ਮੇਰੀ ਮਦਦ ਕਰੋ, ਤਾਂ ਕਿ ਮੈਂ ਬਾਦਸ਼ਾਹ ਬਣ ਸਕਾਂ। ਤੇ ਤੁਹਾਨੂੰ ਪਤਾ ਹੋਵੇ, ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਬਹਾਦਰ ਸ਼ਾਹ ਦੀ ਮਦਦ ਕਰਦੇ ਨੇ। ਜੇ ਚਾਹੁੰਦੇ ਤੇ ਇਨਕਾਰ ਕਰ ਸਕਦੇ ਸੀ, ਕਿਉਂਕਿ ਬਹਾਦਰ ਸ਼ਾਹ ਦੇ ਪਿਤਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਤਾ ਨੂੰ ਸ਼ਹੀਦ ਕਰਵਾਇਆ। ਕੇਵਲ ਪਿਤਾ ਹੀ ਸ਼ਹੀਦ ਨਹੀਂ, ਬੱਚੇ ਵੀ ਸ਼ਹੀਦ ਹੁੰਦੇ ਨੇ, ਸਾਰਾ ਪਰਿਵਾਰ ਜਿਹੜਾ ਹੈ ਉਹ ਸ਼ਹਾਦਤ ਪ੍ਰਾਪਤ ਕਰਦਾ ਹੈ। ਇਹਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਮਹਾਰਾਜ ਬਹਾਦਰ ਸ਼ਾਹ ਦੀ ਮਦਦ ਕਰਦੇ ਨੇ, ਤੇ ਸਤਿਗੁਰਾਂ ਦੀ ਮਦਦ ਸਦਕਾ ਬਹਾਦਰ ਸ਼ਾਹ ਬਾਦਸ਼ਾਹ ਬਣਦਾ ਹੈ ਹਿੰਦੁਸਤਾਨ ਦਾ। ਉਹ ਵੱਖਰੀ ਗੱਲ ਹੈ ਕਿ ਬਾਦਸ਼ਾਹ ਬਣਨ ਤੋਂ ਬਾਅਦ ਜਿਹੜੀ ਉਹਨੇ ਸਤਿਗੁਰਾਂ ਦੇ ਨਾਲ ਜ਼ੁਬਾਨ ਕੀਤੀ ਸੀ, ਉਸ ਜ਼ੁਬਾਨ ਤੋਂ ਉਹ ਮੁੱਕਰ ਜਾਂਦਾ ਹੈ। ਪਰ ਸਤਿਗੁਰਾਂ ਨੇ ਇਹ ਨਹੀਂ ਚਿਤਾਰਿਆ ਕਿ ਇਸ ਬਹਾਦਰ ਸ਼ਾਹ ਦੇ ਪਿਤਾ ਨੇ ਮੇਰੇ ਪਿਤਾ ਨੂੰ ਸ਼ਹੀਦ ਕਰਵਾਇਆ। ਸਤਿਗੁਰਾਂ ਦੇ ਮਨ ਦੇ ਵਿੱਚ ਇਹ ਭਾਵਨਾ ਨਹੀਂ ਕਿ ਇਹ ਬਹਾਦਰ ਸ਼ਾਹ ਮੇਰਾ ਦੁਸ਼ਮਣ ਹੈ। ਜਦੋਂ ਉਹ ਸ਼ਰਨ ਦੇ ਵਿੱਚ ਆ ਗਿਆ, ਜਦੋਂ ਉਸਨੇ ਸਤਿਗੁਰਾਂ ਦੇ ਕੋਲੋਂ ਮਦਦ ਮੰਗੀ, ਤੇ ਸਤਿਗੁਰਾਂ ਨੇ ਉਸ ਬਹਾਦਰ ਸ਼ਾਹ ਦੀ ਮਦਦ ਕਰਦਿਆਂ ਹੋਇਆਂ ਉਸ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਾ ਦਿੱਤਾ। ਤੇ ਸਤਿਗੁਰੂ ਜੀ ਕਹਿੰਦੇ ਜਿਹਦੇ ਅੰਦਰ ਐਸਾ ਗੁਣ ਆ ਗਿਆ, ਉਸ ਰੱਬ ਦੀ ਰਹਿਮਤ ਸਦਕਾ ਉਹ ਇਨਸਾਨ ਇਸ ਸੰਸਾਰ ਦੇ ਵਿੱਚ ਮੁਕਤ ਗਿਣਿਆ ਜਾਏਗਾ। ਉਸੇ ਨੂੰ ਹੀ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਸਫਲ ਗਿਣਿਆ ਜਾਏਗਾ, ਜਿਹਦੇ ਮਨ ਦੇ ਉੱਤੇ ਖੁਸ਼ੀ ਗਮੀ ਦਾ ਫਰਕ ਪ੍ਰਭਾਵ ਕੋਈ ਨਹੀਂ, ਜਿਸ ਦੀ ਨਜ਼ਰ ਦੇ ਵਿੱਚ ਸਾਰੇ ਹੀ ਆਪਣੇ ਮਿੱਤਰ ਬਣ ਚੁੱਕੇ ਨੇ। ਖਿਆਲ ਕਰਿਓ ਸਾਧ ਸੰਗਤ, ਖੁਸ਼ੀ ਗਮੀ ਤੋਂ ਉੱਪਰ ਉੱਠਣਾ ਤੇ ਵੈਰੀ ਨੂੰ ਵੀ ਆਪਣੇ ਮਿੱਤਰ ਵਰਗਾ ਸਮਝਣਾ, ਇੱਥੋਂ ਤੱਕ ਹਰ ਕੋਈ ਇਨਸਾਨ ਨਹੀਂ ਜੇ ਪਹੁੰਚ ਸਕਦਾ। ਵੈਰੀ ਨੂੰ ਮਿੱਤਰ ਤਾਂ ਕੀ, ਜੇਕਰ ਅੱਜ ਸੰਸਾਰ ਦੇ ਵੱਲ ਝਾਤ ਮਾਰ ਕੇ ਦੇਖੀਏ ਨਾ,
ਤੇ ਅੱਜ ਤਾਂ ਮਿੱਤਰ ਨੂੰ ਮਿੱਤਰ ਨਹੀਂ ਸਮਝਦਾ। ਜਿੱਥੇ ਦੋ ਮਿੱਤਰਾਂ ਦਾ ਆਪਸ ਦੇ ਵਿੱਚ ਲੱਗਦਾ ਪਿਆ ਨਾ ਕਿ ਬੜਾ ਪਿਆਰ ਹੈ, ਉਹ ਪਿਆਰ ਹੋ ਸਕਦਾ ਹੈ ਕਿ ਬਾਹਰੀ ਤੌਰ ਤੇ ਨਜ਼ਰ ਆ ਰਿਹਾ ਹੈ, ਪਰ ਅੰਦਰੂਨੀ ਤੌਰ ਤੇ ਉਸ ਪਿਆਰ ਦੀ ਅਣਹੋਂਦ ਹੋਵੇ। ਅੰਦਰੂਨੀ ਤੌਰ ਤੇ ਹੋ ਸਕਦਾ ਹੈ ਕਿ ਉਹਨਾਂ ਦੇ ਅੰਦਰ ਆਪਸ 'ਚ ਪਿਆਰ ਕੋਈ ਨਹੀਂ, ਸਿਰਫ ਬਾਹਰੀ ਤੌਰ ਤੇ ਉਹ ਮਿਲਦੇ ਪਏ ਨੇ। ਅੱਜ ਤਾਂ ਐਸੀ ਹਾਲਤ ਬਣੀ ਪਈ ਹੈ, ਮਿੱਤਰਤਾ ਕੀ, ਦੋ ਭਰਾਵਾਂ ਦੀ ਆਪਸ ਵਿੱਚ ਨਹੀਂ ਬਣ ਰਹੀ। ਦੋ ਭਰਾ ਇੱਕ ਹੀ ਪਿਤਾ ਇੱਕ ਹੀ ਮਾਤਾ ਤੋਂ ਪੈਦਾ ਹੋਏ ਜਿਹੜੇ ਨੇ, ਖੂਨ ਦਾ ਜਿਨ੍ਹਾਂ ਦਾ ਆਪਸ ਦੇ ਵਿੱਚ ਰਿਸ਼ਤਾ ਹੈ, ਉਹ ਇੱਕ ਦੂਜੇ ਨੂੰ ਆਪਣਾ ਦੁਸ਼ਮਣ ਸਮਝੀ ਬੈਠੇ ਨੇ। ਕਿਉਂ? ਕਿਉਂਕਿ ਜਿਹੜੀ ਗੱਲ ਸਤਿਗੁਰੂ ਜੀ ਬਾਣੀ 'ਚ ਸਮਝਾਉਂਦੇ ਪਏ ਨੇ ਨਾ, ਉਸ ਬਾਣੀ ਦੇ ਉਸ ਗੱਲ ਦੇ ਨਾਲ ਸਾਡਾ ਤਾਲੁਕ ਕੋਈ ਨਹੀਂ, ਉਸ ਬਾਣੀ ਦੇ ਨਾਲ ਸਾਡਾ ਸੰਬੰਧ ਨਹੀਂ ਜੁੜਿਆ, ਉਸ ਉਪਦੇਸ਼ ਨੂੰ ਸਾਡੇ ਹਿਰਦੇ ਵਿੱਚ ਜਗ੍ਹਾ ਨਹੀਂ, ਉਹ ਸਾਡੇ ਅੰਦਰ ਨਹੀਂ ਵਸਿਆ। ਤੇ ਉਸ ਉਪਦੇਸ਼ ਨੂੰ ਨਾ ਮੰਨਣ ਕਰਕੇ ਅੱਜ ਭਰਾ ਦਾ ਦੁਸ਼ਮਣ ਹੋਇਆ ਬੈਠਾ ਹੈ। ਤੇ ਜੇਕਰ ਕਿਤੇ ਸਤਿਗੁਰਾਂ ਦੀ ਗੱਲ ਨੂੰ ਮੰਨ ਲਿਆ ਜਾਏ ਤੇ ਸਾਧ ਸੰਗਤ ਭਰਾ ਤਾਂ ਕੀ, ਸਾਰਾ ਸੰਸਾਰ ਹੀ ਮਿੱਤਰ ਬਣ ਜਾਏਗਾ ਇੱਕ ਦੂਜੇ ਦਾ। ਸਾਰੇ ਸੰਸਾਰ ਦੀਆਂ ਜਿਹੜੀਆਂ ਹੱਦਾਂ ਨੇ, ਬਾਰਡਰਸ ਨੇ, ਉਹ ਖਤਮ ਹੋ ਜਾਣਗੇ ਜੇਕਰ ਸਤਿਗੁਰਾਂ ਦੇ ਪਾਵਨ ਉਪਦੇਸ਼ ਨੂੰ ਜੀਵਨ ਦੇ ਵਿੱਚ ਧਾਰਨ ਕਰ ਲਿਆ ਜਾਏ। ਇਹ ਲੜਾਈਆਂ ਦਾ ਰੀਜ਼ਨ ਕੀ ਹੈ ਕਿ ਜਿਹੜੀ ਗੱਲ ਸਤਿਗੁਰੂ ਜੀ ਸਮਝਾਉਂਦੇ, ਸਾਡਾ ਸੰਬੰਧ ਅਲਪ ਸੁੱਖ ਦੇ ਨਾਲ, ਅਲਪ ਸੁੱਖ ਨੂੰ ਆਪਣੇ ਜੀਵਨ ਦੀ ਮੰਜ਼ਿਲ ਮੰਨ ਲਿਆ। ਤੇ ਜਦੋਂ ਤੱਕ ਅਲਪ ਸੁੱਖ ਦੇ ਨਾਲ ਪਿਆਰ ਹੋਏਗਾ, ਉਸ ਸੁੱਖ ਦੇ ਨਾਲ ਪਿਆਰ ਹੋਏਗਾ ਜਿਹੜਾ ਇੱਕ ਪਲ ਦੇ ਵਿੱਚ ਖਤਮ ਹੋ ਜਾਣ ਵਾਲਾ ਹੈ, ਤੇ ਫਿਰ ਸਾਧ ਸੰਗਤ ਇਸ ਦੁਨੀਆ ਦੇ ਵਿੱਚ ਕੋਈ ਮਿੱਤਰ ਨੂੰ ਮਿੱਤਰ ਨਹੀਂ ਸਮਝੇਗਾ, ਕੋਈ ਭਰਾ ਨੂੰ ਭਰਾ ਨਹੀਂ ਸਮਝੇਗਾ, ਸਗੋਂ ਆਪਸ ਦੇ ਵਿੱਚ ਵਿਚਾਰਾਂ ਦੀ ਤਕਰਾਰ ਹੋਏਗੀ, ਆਪਸ ਦੇ ਵਿੱਚ ਦੁਸ਼ਮਣੀ ਹੋਏਗੀ। ਪਰ ਜਿਸ ਇਨਸਾਨ ਦੇ ਅੰਦਰ ਗੁਰੂ ਦਾ ਇਹ ਪਾਵਨ ਉਪਦੇਸ਼ ਵਸ ਗਿਆ ਕਿ ਹਰਖ ਸੋਗ ਜਾ ਕੇ ਨਹੀਂ, ਬੈਰੀ ਮੀਤ ਸਮਾਨ, ਜਿਹਦੇ ਅੰਦਰ ਇਹ ਉਪਦੇਸ਼ ਵਸ ਗਿਆ, ਜਿਸ ਨੇ ਇਸ ਉਪਦੇਸ਼ ਨੂੰ ਜੀਵਨ ਦੇ ਵਿੱਚ ਅਡਾਪਟ ਕਰ ਲਿਆ ਨਾ ਕਿ ਹੇ ਮੇਰੇ ਮਾਲਕ, ਇਹ ਸਾਰੀ ਖਲਕਤ ਤੇਰੀ ਪੈਦਾ ਕੀਤੀ ਹੋਈ ਹੈ। ਬਾਬਾ ਫਰੀਦ ਜੀ ਦੇ ਬਚਨਾਂ ਦੇ ਅਨੁਸਾਰ, ਫਰੀਦਾ ਖਲਕ ਮੈਂ ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ। ਜਦੋਂ ਇਹ ਉਪਦੇਸ਼ ਅੰਦਰ ਵਸੇਗਾ, ਫਿਰ ਕੋਈ ਦੁਸ਼ਮਣ ਨਹੀਂ, ਫਿਰ ਕੋਈ ਵੈਰੀ ਨਹੀਂ, ਸਾਰੇ ਹੀ ਆਪਣੇ ਹੋ ਜਾਣਗੇ। ਤੇ ਜਿਸ ਦਿਨ ਸਾਰੇ ਆਪਣੇ ਹੋ ਗਏ, ਸਤਿਗੁਰੂ ਜੀ ਕਹਿੰਦੇ ਸਮਝ ਲਿਓ ਕਿ ਉਸ ਦਿਨ ਉਹ ਇਨਸਾਨ ਇਸ ਸੰਸਾਰ ਤੋਂ ਮੁਕਤ ਹੋ ਗਿਆ, ਉਹਦਾ ਆਇਆ ਹੋਇਆ ਇਸ ਸੰਸਾਰ ਦੇ ਵਿੱਚ ਸਫਲਾ ਹੋ ਗਿਆ। ਪਰ ਹੋਵੇਗਾ ਤਾਂ ਜੇਕਰ ਸਤਿਗੁਰਾਂ ਦੀ ਕਹੀ ਹੋਈ ਇੱਕ ਗੱਲ ਨੂੰ ਆਪਣੇ ਜੀਵਨ ਦੇ ਵਿੱਚ ਵਸਾਇਆ ਜਾਵੇ। ਸਤਿਗੁਰਾਂ ਦਾ ਬਚਨ ਆਪਾਂ ਪੜ੍ਹਦੇ ਹਾਂ ਟੋਡੀ ਰਾਗ ਦੇ ਵਿੱਚੋਂ। ਪਾਤਸ਼ਾਹ ਜੀ ਪਤਾ ਕੀ ਕਹਿੰਦੇ? ਕਹਿੰਦੇ ਅਲਪ ਸੁੱਖ ਤੇਰੇ ਜੀਵਨ ਦੇ ਵਿੱਚ ਦੁੱਖ ਲੈ ਕੇ ਆਏਗਾ, ਪਰ ਜੇਕਰ ਅਬਿਨਾਸੀ ਸੁੱਖ ਚਾਹੁੰਦਾ ਹੈ ਤੇ ਇੱਕ ਕੰਮ ਕਰ। ਸਤਿਗੁਰੂ ਜੀ ਕਿਹੜਾ? ਪਾਤਸ਼ਾਹ ਜੀ ਕਹਿੰਦੇ ਅਬਿਨਾਸੀ ਖੇਮ। ਅਬਿਨਾਸੀ ਖੇਮ, ਖੇਮ ਦਾ ਮਤਲਬ ਵੀ ਹੁੰਦਾ ਹੈ ਜੀ ਸੁੱਖ, ਖੇਮ ਦਾ ਮਤਲਬ ਵੀ ਹੁੰਦਾ ਹੈ ਖੁਸ਼ੀ, ਖੇੜਾ। ਸਤਿਗੁਰੂ ਜੀ ਕਹਿੰਦੇ ਜੇਕਰ ਤੂੰ ਅਬਿਨਾਸੀ, ਅਬਿਨਾਸੀ ਦਾ ਮਤਲਬ ਹੈ ਨਾ ਖਤਮ ਹੋਣ ਵਾਲੀ, ਜੇਕਰ ਤੂੰ ਨਾ ਖਤਮ ਹੋਣ ਵਾਲੀ ਖੁਸ਼ੀ ਚਾਹੁੰਦਾ ਹੈ, ਸੁੱਖ ਚਾਹੁੰਦਾ ਹੈ, ਤੇ ਕੀ ਕਰ? ਅਬਿਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਸਦਾ ਹੀ ਉਸ ਪਰਮਾਤਮਾ ਦੀ ਯਾਦ ਵਿੱਚ ਜੁੜ ਜਾ, ਉਸ ਪਰਮਾਤਮਾ ਨੂੰ ਆਪਣੇ ਜੀਵਨ ਦਾ ਆਧਾਰ ਬਣਾ। ਤੇ ਜਦੋਂ ਜੀਵਨ ਦਾ ਆਧਾਰ ਪਰਮਾਤਮਾ ਬਣ ਜਾਏਗਾ, ਤੇਰੇ ਜੀਵਨ ਦੇ ਵਿੱਚ ਉਹ ਸੁੱਖ ਆ ਜਾਏਗਾ ਜਿਹੜਾ ਕਦੇ ਖਤਮ ਨਹੀਂ ਹੋਏਗਾ। ਕੇਵਲ ਇੱਥੇ ਹੀ ਬਸ ਨਹੀਂ, ਤੇਰੀ ਨਜ਼ਰ ਦੇ ਵਿੱਚ ਦੁਸ਼ਮਣ ਕੋਈ ਨਹੀਂ ਰਹੇਗਾ, ਸਾਰੇ ਆਪਣੇ ਹੋ ਜਾਣਗੇ। ਤੇ ਜਿਹਦੇ ਸਾਰੇ ਹੀ ਆਪਣੇ ਹੋ ਗਏ, ਸਤਿਗੁਰੂ ਜੀ ਕਹਿੰਦੇ ਉਹ ਇਨਸਾਨ ਇਸ ਸੰਸਾਰ ਦੇ ਵਿੱਚ ਸਭ ਤੋਂ ਜ਼ਿਆਦਾ ਸੁਖੀ ਹੈ, ਉਹਦੇ ਜੀਵਨ ਦੇ ਵਿੱਚ ਦੁੱਖ ਕੋਈ ਨਹੀਂ, ਉਹ ਇਨਸਾਨ ਆਪਣੀ ਮੰਜ਼ਿਲ ਤੇ ਪਹੁੰਚ ਚੁੱਕਾ ਹੈ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਨੂੰ ਵਾਰ-ਵਾਰ ਇਹੀ ਗੱਲ ਸਮਝਾ ਰਹੇ ਨੇ, ਵਾਰ-ਵਾਰ ਇਸੇ ਗੱਲ ਦੇ ਉੱਤੇ ਐਮਫਸਾਈਜ਼ ਕਰਦੇ ਪਏ ਨੇ। ਪਾਤਸ਼ਾਹ ਜੀ ਕਹਿੰਦੇ ਜੇਕਰ ਤੂੰ ਇਹਨਾਂ ਔਗੁਣਾਂ ਨੂੰ, ਇਹ ਔਗੁਣ ਜਿਹੜੇ ਨੇ ਤੇਰੇ ਜੀਵਨ ਦੇ ਵਿੱਚ ਵਸੇ ਹੋਏ, ਇਹਨਾਂ ਔਗੁਣਾਂ ਨੂੰ ਗੁਰੂ ਕਿਰਪਾ ਸਦਕਾ ਤੂੰ ਆਪਣੇ ਅੰਦਰੋਂ ਕੱਢ ਦਵੇਂ, ਤੇ ਫਿਰ ਇੱਕ ਐਸਾ ਇਨਸਾਨ ਬਣੇਗਾ ਜਿਸ ਨੂੰ ਇਸ ਦੁਨੀਆ ਦੇ ਵਿੱਚ ਦੇਵਤੇ ਦੇ ਨਾਮ ਦੇ ਨਾਲ ਪੁਕਾਰਿਆ ਜਾਏਗਾ। ਆਕਾਸ਼ ਦੇ ਵਿੱਚ ਦੇਵਤੇ ਮੰਨੇ ਗਏ ਨੇ, ਉਹਨਾਂ ਦੇ ਉੱਤੇ ਸਾਡਾ ਕੋਈ ਕਮੈਂਟ ਨਹੀਂ ਕਿ ਉਹ ਐਗਜ਼ਿਸਟ ਕਰਦੇ ਨੇ ਜਾਂ ਨਹੀਂ, ਪਰ ਜਿਸ ਇਨਸਾਨ ਦੇ ਅੰਦਰੋਂ ਔਗਣ ਖਤਮ ਹੋ ਗਏ, ਜਿਹੜਾ ਰੱਬੀ ਗੁਣਾਂ ਦੇ ਨਾਲ ਭਰ ਗਿਆ,
ਜਿਸ ਨੇ ਅਬਿਨਾਸੀ ਸੁੱਖ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਸਤਿਗੁਰੂ ਜੀ ਕਹਿੰਦੇ ਅਸਲ ਦੇ ਵਿੱਚ ਉਹ ਇਨਸਾਨ ਦੇਵਤਾ ਹੋਏਗਾ। ਉਸ ਦੇਵਤੇ ਨੂੰ ਹਰ ਇੱਕ ਇਨਸਾਨ ਦੇਖ ਪਾਏਗਾ। ਉਸ ਦੇਵਤੇ ਦਾ ਕੋਈ ਦੁਸ਼ਮਣ ਨਹੀਂ ਹੋਏਗਾ। ਉਸ ਦੇਵਤੇ ਦੇ ਸਾਰੇ ਹੀ ਮਿੱਤਰ ਹੋਣਗੇ। ਪਰ ਸ਼ਰਤ ਇਹ ਹੈ ਕਿ ਇਨਸਾਨ ਨੂੰ ਆਪਣੇ ਅੰਦਰੋਂ ਇਹਨਾਂ ਔਗੁਣਾਂ ਨੂੰ ਕੱਢਣਾ ਪਏਗਾ ਗੁਰੂ ਕਿਰਪਾ ਸਦਕਾ। ਤੇ ਜਿਸ ਦਿਨ ਇਨਸਾਨ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਏਗਾ, ਗੁਰੂ ਦੇ ਪਾਸੋਂ ਇਹ ਮੰਗ ਲਏ। ਇਹ ਵਾਰ-ਵਾਰ ਕਿਉਂ ਸਤਿਗੁਰੂ ਜੀ ਬਾਣੀ ਦੇ ਵਿੱਚ ਕਹਿ ਰਹੇ ਨੇ ਕਿ ਮੇਰੇ ਮਾਲਕ ਕਿਰਪਾ ਕਰ, ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਸਤਿਗੁਰੂ ਜੀ ਵਾਰ-ਵਾਰ ਕਿਉਂ ਕਹਿੰਦੇ ਪਏ ਨੇ, ਸਾ ਬੁੱਧ ਦੀਜੈ ਜਿਤ ਵਿਸਰੈ ਨਾਹੀ, ਸਾ ਮਤ ਦੀਜੈ ਜਿਤ ਤੁਧ ਧਿਆਈ, ਸਾਸ ਸਾਸ ਤੇਰੇ ਗੁਣ ਗਾਵਾਂ, ਓਟ ਨਾਨਕ ਗੁਰ ਚਰਨਾ ਜੀਓ। ਕਿਉਂ ਵਾਰ-ਵਾਰ ਇਹ ਮੰਗਦੇ ਪਏ ਨੇ ਕਿ ਮੇਰੇ ਮਾਲਕ ਕਿਰਪਾ ਕਰ, ਮੈਨੂੰ ਚੰਗੀ ਮੱਤ ਦੇ। ਕਿਉਂ? ਇਹਦਾ ਰੀਜ਼ਨ ਸਾਧ ਸੰਗਤ ਇਹ ਹੈ, ਜਿਸ ਦਿਨ ਗੁਰੂ ਦੀ ਮੱਤ ਇਨਸਾਨ ਨੂੰ ਪ੍ਰਾਪਤ ਹੋ ਗਈ, ਉਸ ਦਿਨ ਇਨਸਾਨ ਨੂੰ ਅਬਿਨਾਸੀ ਸੁੱਖ ਮਿਲੇਗਾ। ਜਿਸ ਦਿਨ ਇਨਸਾਨ ਦੇ ਅੰਦਰ ਗੁਰੂ ਦੀ ਮੱਤ ਵਸ ਗਈ, ਉਸ ਦਿਨ ਇਨਸਾਨ ਦੇ ਅੰਦਰੋਂ ਔਗੁਣ ਚਲੇ ਜਾਣਗੇ। ਹਰਖ ਸੋਗ ਦਾ ਪ੍ਰਭਾਵ ਕੋਈ ਨਹੀਂ ਰਹੇਗਾ। ਉਸਤਤ ਨਿੰਦਿਆ ਤੋਂ ਉੱਪਰ ਉੱਠ ਜਾਏਗਾ। ਬੈਰੀ ਕੋਈ ਰਹੇਗਾ ਹੀ ਨਹੀਂ ਜੀਵਨ ਦੇ ਵਿੱਚ, ਦੁਸ਼ਮਣ ਕੋਈ ਰਹੇਗਾ ਨਹੀਂ, ਸਾਰੇ ਹੀ ਮਿੱਤਰ ਹੋ ਜਾਣਗੇ। ਤੇ ਸਤਿਗੁਰੂ ਜੀ ਕਹਿੰਦੇ ਭਲਿਆ ਤੂੰ ਵੀ ਕਿਤੇ ਗੁਰੂ ਦੇ ਦਰ ਤੋਂ ਆਣ ਕੇ ਐਸੀ ਮੰਗ ਲਾ। ਤੇ ਜੇਕਰ ਐਸੀ ਮੰਗ ਲਈਏ, ਗੁਰੂ ਤਰੁੱਠ ਕੇ ਕਿਤੇ ਸਾਡੀ ਝੋਲੀ ਦੇ ਵਿੱਚ ਐਸੀ ਮੱਤ, ਐਸੀ ਅਕਲ ਪਾ ਦੇਵੇ, ਤੇ ਫਿਰ ਸਾਰੇ ਲੜਾਈਆਂ ਝਗੜੇ ਖਤਮ। ਇਨਸਾਨ ਨਹੀਂ ਰਹੇਗਾ, ਉਹ ਦੇਵਤਾ ਬਣ ਜਾਏਗਾ। ਇਹ ਛੋਟੀਆਂ ਜਿਹੜੀਆਂ ਲੜਾਈਆਂ ਜਿਨ੍ਹਾਂ ਦੇ ਕਰਕੇ ਪਰਿਵਾਰਕ ਮਾਹੌਲ ਵਿਗੜਦਾ ਹੈ, ਜਿਨ੍ਹਾਂ ਦੇ ਕਰਕੇ ਕਿਸੇ ਮੁਹੱਲੇ ਦਾ ਕਹਿ ਲਈਏ, ਕਿਸੇ ਏਰੀਏ ਦਾ ਕਹਿ ਲਈਏ ਮਾਹੌਲ ਵਿਗੜਦਾ ਹੈ, ਕਿਸੇ ਪਿੰਡ ਦਾ, ਕਿਸੇ ਟਾਊਨ ਦਾ, ਕਿਸੇ ਦੇਸ਼ ਦਾ ਮਾਹੌਲ ਵਿਗੜਦਾ ਹੈ। ਜੇਕਰ ਕਿਤੇ ਚੰਗੀ ਅਕਲ ਇਨਸਾਨ ਨੂੰ ਪ੍ਰਮਾਤਮਾ ਦੇ ਪਾਸੋਂ, ਗੁਰੂ ਦੇ ਪਾਸੋਂ ਮਿਲ ਜਾਏ, ਇਹ ਸਾਰੀਆਂ ਲੜਾਈਆਂ ਖਤਮ ਹੋ ਜਾਣਗੀਆਂ। ਇਸ ਦੁਨੀਆ ਦੇ ਉੱਤੇ ਤੁਰਦੇ ਫਿਰਦੇ ਦੇਵਤੇ ਹੀ ਦੇਵਤੇ ਤੁਹਾਨੂੰ ਨਜ਼ਰ ਆਉਣਗੇ। ਵੈਸੇ ਜੇਕਰ ਹਿੰਦੂਇਜ਼ਮ ਦੀ ਗੱਲ ਕਰੀਏ, 33 ਕਰੋੜ ਦੇਵਤੇ ਮੰਨੇ ਗਏ ਨੇ। ਪਰ ਜੇਕਰ ਸਾਧ ਸੰਗਤ ਕਿਤੇ ਐਸੇ ਗੁਣ ਹਰ ਇੱਕ ਇਨਸਾਨ ਦੇ ਜੀਵਨ ਦੇ ਵਿੱਚ ਪੈਦਾ ਹੋ ਜਾਣ, ਉਹ ਗੁਣ ਜਿੱਥੇ ਉਸਤਤ ਨਿੰਦਿਆ ਕੋਈ ਨਹੀਂ, ਜਿੱਥੇ ਦੁਸ਼ਮਣੀ ਕੋਈ ਨਹੀਂ, ਜਿੱਥੇ ਕਿਸੇ ਦਾ ਬੁਰਾ ਸੋਚਣਾ ਨਹੀਂ, ਜਿੱਥੇ ਬੁਰਾ ਕਰਨਾ ਕੁਝ ਨਹੀਂ, ਜੇ ਐਸੇ ਗੁਣ ਜੀਵਨ ਦੇ ਵਿੱਚ ਆ ਜਾਣਗੇ ਨਾ, ਤੇ 33 ਕਰੋੜ ਤਾਂ ਕੀ, ਇਹ ਸਾਰਾ ਸੰਸਾਰ, ਜਿਤਨੀ ਵੀ ਪਾਪੂਲੇਸ਼ਨ ਹੈ ਇਸ ਵਰਲਡ ਦੀ, ਉਹ ਸਾਰੇ ਦੇਵਤੇ ਬਣ ਜਾਣਗੇ। ਸਾਰੇ ਪਾਸੇ ਦੇਵਤੇ ਹੀ ਦੇਵਤੇ ਹੋਣਗੇ, ਮਾੜਾ ਇਨਸਾਨ ਹੀ ਕੋਈ ਨਹੀਂ ਹੋਏਗਾ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕੀਤਾ ਹੋਇਆ ਪਾਵਨ ਸ਼ਲੋਕ ਕਿਤੇ ਸਾਡੀ ਸਮਝ ਦੇ ਵਿੱਚ ਆ ਜਾਏ। ਖੁਸ਼ੀ ਗਮੀ ਤੋਂ ਉੱਪਰ ਉੱਠਣਾ ਹੈ ਤਾਂ ਸਾਨੂੰ ਅਬਿਨਾਸੀ ਸੁੱਖ ਦੀ ਲੋੜ ਹੈ। ਤੇ ਉਹ ਸੁੱਖ ਮਿਲੇਗਾ ਤਾਂ ਜੇਕਰ ਉਸ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਜਾਵੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਅਬਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕਉ ਬਰਤਨ, ਬਿਰਲਾ ਪਾਵੈ ਕੋਈ ਮੇਰੇ ਮਨ ਜਪ, ਗੁਰ ਗੋਪਾਲ ਪ੍ਰਭ ਸੋਈ। ਤੂੰ ਪ੍ਰਮਾਤਮਾ ਨੂੰ ਜਪ, ਉਹਦੀ ਯਾਦ ਵਿੱਚ ਜੁੜ। ਕਿਉਂ ਜੀ? ਕਿਉਂਕਿ ਜਾ ਕੀ ਸ਼ਰਨ ਪਿਆ ਸੁਖ ਪਾਈ ਹੈ। ਤੇਰੇ ਜੀਵਨ 'ਚ ਅਬਿਨਾਸੀ ਸੁੱਖ ਆਏਗਾ। ਜਾ ਕੀ ਸ਼ਰਨ ਪਿਆ ਸੁਖ ਪਾਈ ਹੈ, ਬਹੁੜ ਦੁੱਖ ਨਾ ਹੋਈ, ਕਦੇ ਜੀਵਨ 'ਚ ਦੁੱਖ ਨਹੀਂ ਆਏਗਾ। ਜਦੋਂ ਇਹ ਬਚਨ ਆਪਾਂ ਵਾਰ-ਵਾਰ ਪੜ੍ਹਦੇ ਹਾਂ ਨਾ ਕਿ ਦੁੱਖ ਨਹੀਂ ਆਏਗਾ, ਤੇ ਸਾਧ ਸੰਗਤ ਮਤਾ ਸੋਚਿਓ ਕਿ ਜੀਵਨ 'ਚ ਦੁੱਖ ਖਤਮ ਹੋ ਜਾਣਗੇ। ਨਹੀਂ, ਦੁੱਖ ਤਾਂ ਆਉਣਗੇ, ਪਰ ਐਸੀ ਅੰਦਰ ਪ੍ਰਮਾਤਮਾ ਦੀ ਕਿਰਪਾ ਸਦਕਾ ਪਾਵਰ ਪੈਦਾ ਹੋ ਜਾਏਗੀ, ਤਾਕਤ ਮਿਲੇਗੀ ਰੱਬ ਦੇ ਪਾਸੋਂ ਕਿ ਉਹਨਾਂ ਦੁੱਖਾਂ ਨੂੰ ਬੜੀ ਈਜ਼ਲੀ, ਬੜੀ ਖੁਸ਼ੀ ਦੇ ਨਾਲ ਉਹਨਾਂ ਨੂੰ ਫੇਸ ਕੀਤਾ ਜਾ ਸਕੇਗਾ। ਤੱਤੀ ਤਵੀ ਤੇ ਬੈਠਣਾ ਕੋਈ ਆਸਾਨ ਕੰਮ ਨਹੀਂ। ਆਰੇ ਦੇ ਨਾਲ ਸੀਸ ਨੂੰ, ਆਪਣੇ ਸਰੀਰ ਨੂੰ ਚਿਰਵਾ ਲੈਣਾ, 2 ਟੁਕੜੇ ਕਰਵਾ ਲੈਣੇ ਸੌਖਾ ਨਹੀਂ। ਉਬਲਦੀ ਦੇਗ ਦੇ ਵਿੱਚ ਬੈਠ ਜਾਣਾ ਕੋਈ ਸੌਖਾ ਨਹੀਂ। ਇਹ ਵੀ ਬੜੇ ਵੱਡੇ ਦੁੱਖ ਨੇ। ਸਾਡੇ ਜੀਵਨ ਦੇ ਵਿੱਚ ਤਾਂ ਛੋਟੇ-ਛੋਟੇ ਦੁੱਖ ਆਉਂਦੇ ਨੇ, ਅਸੀਂ ਡੋਲ ਜਾਂਦੇ ਹਾਂ। ਇਹ ਜਿਹੜੇ ਦੁੱਖ ਨੇ, ਇਹਨਾਂ ਦੁੱਖਾਂ ਦੇ ਸਾਹਮਣੇ ਸਾਡੇ ਦੁੱਖਾਂ ਦੀ ਵੈਲਿਊ ਹੀ ਕੋਈ ਨਹੀਂ। ਪਰ ਇਹਨਾਂ ਦੁੱਖਾਂ ਨੂੰ ਉਹਨਾਂ ਪਿਆਰਿਆਂ ਨੇ ਬੜੇ ਹੀ ਪਿਆਰ ਦੇ ਨਾਲ, ਬੜੇ ਹੀ ਸੰਜਮ ਦੇ ਨਾਲ ਜੀਵਨ ਦੇ ਵਿੱਚ ਬਰਦਾਸ਼ਤ ਕੀਤਾ। ਰੱਬ ਦੀ ਦਾਤ ਸਮਝ ਕੇ ਇਹਨੂੰ ਵੀ ਪਿਆਰ ਕੀਤਾ। ਐਸੀ ਭਾਵਨਾ, ਐਸੀ ਅੰਦਰ ਪਾਵਰ ਪੈਦਾ ਹੋਏਗੀ, ਤਾਕਤ ਪੈਦਾ ਹੋਏਗੀ ਕਿ ਦੁੱਖ ਮਹਿਸੂਸ ਹੀ ਨਹੀਂ ਹੋਣਗੇ।
ਉਹ ਦੁੱਖ ਵੀ ਇਨਸਾਨ ਨੂੰ ਪ੍ਰਮਾਤਮਾ ਦੀ ਦਾਤ ਲੱਗਣਗੇ, ਤੇ ਜਿਹੜੀ ਰੱਬ ਦੀ ਦਾਤ ਹੋਏਗੀ ਉਹ ਬੜੀ ਪਿਆਰੀ ਹੋਏਗੀ, ਉਹ ਵੀ ਸੁੱਖ ਦੇ ਬਰਾਬਰ, ਖੁਸ਼ੀ ਦੇ ਬਰਾਬਰ ਹੀ ਹੋਏਗੀ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕੀਤਾ ਪਾਵਨ ਬਚਨ ਕਿਤੇ ਸਾਡੇ ਹਿਰਦੇ ਵਿੱਚ ਵਸ ਜਾਏ ਜੀ, ਤਾਂ ਕਿ ਇਹਨਾਂ ਬਚਨਾਂ ਨੂੰ ਜੀਵਨ ਦੇ ਵਿੱਚ ਕਮਾ ਕੇ ਆਪਣੇ ਜੀਵਨ ਨੂੰ ਅਸੀਂ ਵੀ ਸਫਲ ਬਣਾ ਸਕੀਏ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਸੰਗਤ ਅਤੇ ਗੁਰੂ ਬਖਸ਼ਣ ਯੋਗ ਹੈ ਬਖਸ਼ ਲੈਣਾ ਜੀ। ਅੰਤ ਵਿੱਚ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।